ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਇੱਕ ਪਾਸੇ ਕਿਸਾਨ ਜਿਹੜੇ ਨੇ ਆਪਰੇਸ਼ਨ ਸ਼ਕਤੀ ਦੀ ਤਿਆਰੀ ਕਰ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਜਿਹੜੀ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਜਾਂ ਕਿਸਾਨਾਂ ਨੂੰ ਆਪਣੇ ਤੱਕ ਲੈ ਕੇ ਆ ਕੇ ਤਜਵੀਜ਼ਾਂ ਰੱਖਣ ਦੀ ਗੱਲ ਕਹਿ ਰਹੀ ਹੈ। ਸਲਾਹਾਂ ਕੁਝ ਇਧਰੋਂ ਉਧਰੋਂ ਇਹ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਕਿਸਾਨ ਹੁਣ ਕੁਝ ਲੈ ਦੇ ਕੇ ਸਮਝੌਤਾ ਕਰ ਲੈਣ, ਕਿਉਂਕਿ ਜਿਸ ਮੁਕਾਮ ਦੇ ਉੱਤੇ ਅੰਦੋਲਨ ਪਹੁੰਚ ਚੁੱਕਿਆ ਉਹਦੇ ਨਾਲ ਜੋ ਕੁਝ ਖੱਟਣਾ ਸੀ, ਜੋ ਕੁਝ ਗਵਾਉਣਾ ਸੀ, ਉਹ ਸਭ ਕੁਝ ਹੋ ਚੁੱਕਿਆ। ਹੁਣ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਗੱਲਬਾਤ ਹੋਵੇ, ਪਰ ਕੀ ਸਮਝੌਤਾ ਹੋਣਾ ਚਾਹੀਦਾ ਹੈ, ਕਿਵੇਂ ਦਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਸਰਕਾਰ ਕਿਸਾਨਾਂ ਨੂੰ ਜਿਹੜਾ ਮਨਾ ਸਕਦੀ ਹੈ, ਜਾਂ ਕਿਸਾਨ ਜਿਹੜੇ ਨੂੰ ਸਰਕਾਰ ਤੇ ਕਿੱਦਾਂ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਕਿਵੇਂ ਉਹਨਾਂ ਨੂੰ ਤਿਆਰ ਕਰ ਸਕਦੇ ਨੇ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਦੂਜਾ, ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇੱਥੇ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਹੋ ਚੁੱਕਿਆ ਹੈ। ਉਹ ਕਹਿੰਦੇ ਨੇ ਕਿ ਮੈਂ ਹੁਣ ਵਕਾਲਤ ਕਰਾਂਗਾ ਤੇ ਇਹਨਾਂ ਕੇਸਾਂ ਦੀ ਕਾਰਵਾਈ ਕਰਾਂਗਾ, ਬੇਅਦਬੀ ਵਾਲੇ ਮਸਲਿਆਂ ਦੀ। ਤਾਂ ਇਹ ਸਭ ਦੇ ਵਿਚਾਲੇ ਕਿਉਂਕਿ ਸਿਆਸਤ ਬਹੁਤ ਗਰਮਾ ਚੁੱਕੀ ਹੈ, ਨਵਜੋਤ ਕੌਰ ਸਿੱਧੂ ਦਾ ਬਿਆਨ ਜਿਹੜਾ ਉਹ ਸਾਹਮਣੇ ਆਇਆ। ਉਹ ਕਹਿੰਦੀ ਹੈ ਕਿ ਜਦੋਂ ਤੁਸੀਂ ਅਣਪਛਾਤੀ ਪੁਲਿਸ ਦੀ ਗੱਲ ਕਰਦੇ ਹੋ ਤਾਂ ਕੇਸ ਕਮਜ਼ੋਰ ਹੁੰਦਾ ਹੈ ਤੇ ਇਹਦੇ ਲਈ ਗ੍ਰਹਿ ਮੰਤਰੀ ਸੂਬੇ ਦੇ ਤੇ ਡੀਜੀਪੀ ਜ਼ਿੰਮੇਵਾਰ ਨੇ। ਮਤਲਬ ਗ੍ਰਹਿ ਮੰਤਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਮੰਤਰਾਲਾ ਤਾਂ ਸਿੱਧੇ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਤੇ ਡੀਜੀਪੀ ਵੀ ਕਹਿੰਦੇ ਅਸਤੀਫਾ ਦੇਣ। ਸਾਰਿਆਂ ਤੇ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਲੋਕ ਰਾਜ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਜੀ ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦੇ ਆਪਰੇਸ਼ਨ ਸ਼ਕਤੀ ਨੂੰ? ਕੀ ਇਹ ਸ਼ਕਤੀ ਜਿਹੜੀ ਹੈ ਉਹ ਸਰਕਾਰ ਨੂੰ ਜਿਹੜਾ ਝੁਕਣ ਦੇ ਲਈ ਮਜਬੂਰ ਕਰੇਗੀ? ਕੀ ਇਹਦੇ ਨਾਲ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ? ਕੀ ਕੀ ਤਿਆਰੀਆਂ ਚੱਲ ਰਹੀਆਂ ਕਿਸਾਨਾਂ ਦੀਆਂ? ਸੁਖਵਿੰਦਰ, ਕੁਝ ਦਿਨ ਪਹਿਲਾਂ ਇੱਕ ਵਰਨੈਕੂਲਰ ਇੱਥੇ ਪ੍ਰੈਸ ਦੇ ਵਿੱਚ, ਲੋਕਲ ਪ੍ਰੈਸ ਦੇ ਵਿੱਚ ਇਸ ਕਿਸਮ ਦੀ ਕੋਈ ਇੱਕ ਅੱਧੀ ਖਬਰ ਛਪੀ। ਉਹ ਵੀ ਕਈ ਵਾਰੀ ਦਾਣਾ ਸੁੱਟ ਕੇ ਲੋਕਾਂ ਦਾ ਟੈਂਪਰੇਚਰ ਤੇ ਰਿਸਪੌਂਸ ਦੇਖਣ ਲਈ ਹੁੰਦੀ ਹੈ। ਉਹ ਛਪੀ, ਉਹਦੇ ਵਿੱਚ ਲਿਖਿਆ ਸੀ ਕਿ ਆਪਰੇਸ਼ਨ ਕਲੀਨ ਕਰੋਨਾ ਦੇ ਆੜ ਦੇ ਵਿੱਚ ਕੀਤਾ ਜਾ ਸਕਦਾ, ਜਿਹਦਾ ਮਤਲਬ ਕਿ ਉੱਥੋਂ ਜਿਹੜੀਆਂ ਦੋ ਵੱਡੇ ਜਮਾਵੜੇ ਹੈਗੇ ਆ, ਟਿਕਰੀ ਤੇ ਸਿੰਘੂ ਬਾਰਡਰ, ਤੇ ਤੀਜਾ ਜਿਹੜਾ ਗਾਜ਼ੀਪੁਰ ਦੇ ਵਿੱਚ ਆ, ਉਹਨਾਂ ਨੂੰ ਸਰਕਾਰ ਕਰੋਨਾ ਦਾ ਬਹਾਨਾ ਪਾ ਕੇ ਉੱਥੋਂ ਖਦੇੜ ਸਕਦੀ ਹੈ ਮੋਟੇ ਤੌਰ ਤੇ। ਇਹਦਾ ਜਵਾਬ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਡਾਕਟਰ ਦਰਸ਼ਨਪਾਲ ਹੈ ਕਨਵੀਨਰ, ਉਹਨਾਂ ਨੇ ਦੇ ਦਿੱਤਾ, ਠੋਕ ਕੇ ਕਹਿਤਾ ਕਿ ਇਸ ਆਪਰੇਸ਼ਨ ਕਲੀਨ ਦਾ ਜੇ ਸਰਕਾਰ ਆਪਣੀ ਕੋਸ਼ਿਸ਼ ਕਰੂਗੀ ਤੇ ਇਹਦਾ ਜਵਾਬ ਆਪਰੇਸ਼ਨ ਸ਼ਕਤੀ ਨਾਲ, ਕਿਸਾਨ ਦੀ ਸ਼ਕਤੀ ਦੇ ਨਾਲ ਦਿੱਤਾ ਜਾਊਗਾ। ਮੇਰਾ ਖਿਆਲ ਇਹ ਬਹੁਤ ਹੀ ਐਪਰੋਪਰੀਏਟ ਜਵਾਬ ਹੈਗਾ ਔਰ ਹੋਣਾ ਵੀ ਇਹੀ ਚਾਹੀਦਾ ਕਿ ਇੱਕ ਪਾਸੇ ਤੁਸੀਂ ਕਿਸਾਨਾਂ ਨੂੰ ਕੁੱਟਦੇ ਆ, ਉਹਨਾਂ ਦੇ ਚੋਰੀ, ਉਹਨਾਂ ਦੇ ਜਾਨੀ ਡਾਕਾ ਮਾਰਨਾ ਚਾਹੁੰਦੇ ਆ, ਉਹਨਾਂ ਦੀ ਸਾਰੀ ਜਿਹੜੀ ਦੁਨੀਆ ਆ ਉਹਨੂੰ ਲੁੱਟਣਾ ਚਾਹੁੰਦੇ ਆ, ਕਿਉਂਕਿ ਜ਼ਮੀਨ ਕੱਲੀ ਆਮਦਨ ਦਾ ਸਾਧਨ ਨਹੀਂ ਸੁਖਵਿੰਦਰ। ਜ਼ਮੀਨ ਪਿੰਡ 'ਚ ਰੁਤਬਾ ਵੀ ਆ, ਜ਼ਮੀਨ ਨੂੰ ਦੇਖ ਕੇ ਬੱਚਿਆਂ ਦੇ ਵਿਆਹ ਹੋਣੇ ਆ, ਜ਼ਮੀਨ ਨੂੰ ਹੀ ਦੇਖ ਕੇ ਤੇ ਕੋਈ ਕਰਜ਼ਾ ਮਿਲਣਾ, ਜ਼ਮੀਨ ਹੀ ਤੁਹਾਨੂੰ ਸਾਰਾ ਸਾਲ ਕੰਮ ਦਿੰਦੀ ਆ, ਭਾਵੇਂ ਕੰਮ ਹੋਵੇ ਨਾ ਹੋਵੇ, ਔਰ ਇੱਕ ਤੁਹਾਨੂੰ ਸਹਾਰਾ ਦਿੰਦੀ ਹੈ। ਜੇ ਉਹ ਨਹੀਂ ਤੇ ਫਿਰ ਐਂ ਲੱਗਦਾ ਜਿਵੇਂ ਧਰਤੀ ਲੁੱਟ ਗਈ ਆ, ਫਿਰ ਸਾਨੂੰ ਤੇ ਚੰਦ ਤੇ ਛੱਡੋ, ਇਹ ਧਰਤੀ ਸਾਡੀ ਨਹੀਂ ਰਹੀ। ਕਿਸਾਨ ਨੂੰ ਜਿਹੜਾ ਇੰਨਾ ਧੱਕਾ ਲੱਗਦਾ, ਇਸ ਕਰਕੇ ਇਹ ਜ਼ਮੀਨ ਦੀ ਇੰਪੋਰਟੈਂਸ ਕੀ ਹੈ, ਇਹਦੀ ਕਿਸਾਨ ਦੀ ਜ਼ਿੰਦਗੀ 'ਚ ਉਹਦੀ ਮਹੱਤਤਾ ਕੀ, ਉਹਨੂੰ ਮੇਰਾ ਖਿਆਲ ਨਹੀਂ ਸ਼ਹਿਰੀ 'ਚ ਚਾਹ ਵੇਚਣ ਵਾਲਿਆਂ ਨੂੰ ਜਾਂ ਸ਼ਹਿਰਾਂ 'ਚ ਬੈਠੇ ਬੰਦਿਆਂ ਨੂੰ ਕੋਈ ਬਹੁਤਾ ਇਸ ਗੱਲ ਦਾ ਅੰਦਾਜ਼ਾ ਹੁੰਦਾ। ਅਸੀਂ ਖੁਦ ਹਾਂਜੀ ਇਹਦੇ ਬਾਰੇ ਪੜ੍ਹਦੇ ਕਰਕੇ ਤਾਂ ਏਦਾਂ ਪੜ੍ਹਦੇ ਵੀ ਆ, ਖੁਦ ਜ਼ਮੀਨ ਦੇ ਨਾਲ ਘੁਲਦੇ ਵੀ ਰਹੇ ਆ, ਤੇ ਮੈਂ ਉਸ ਗੱਲ ਦਾ ਪੂਰੀ ਤਰ੍ਹਾਂ ਅੰਦਾਜ਼ਾ ਲਾ ਸਕਦਾ ਸੁਖਵਿੰਦਰ। ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਕੋਈ ਵੀ ਅਨਲਾਈਕ ਕਿ ਜਦੋਂ ਸ਼ਹੀਨ ਬਾਗ ਵਾਲਾ ਸੀਗਾ ਤੇ ਪਿਛਲੇ ਸਾਲ ਮਾਰਚ ਵਿੱਚ ਜਦੋਂ 24 ਮਾਰਚ ਨੂੰ ਦੇ ਦਿੱਤਾ ਭਾਸ਼ਣ ਆ ਕੇ ਟੀਵੀ ਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ, ਤੇ ਕੁਦਰਤੀ ਆ ਉਦੋਂ ਪਹਿਲਾਂ ਹੀ ਦਬਾਅ ਤੇ ਕੋਰਟ ਦਾ ਪਿਆ ਸੀਗਾ ਤੇ ਉਹ ਤਿੱਤਰ ਬਿੱਤਰ ਕਰਤਾ, ਜਾਂ ਉੱਥੋਂ ਲੋਕ ਚਲੇ ਗਏ ਕਿ ਹੁਣ ਤੇ ਕਰੋਨਾ ਇੱਕ ਇਹੋ ਜਿਹਾ ਡਰਾ ਇਹਨੇ ਦਿੱਤੇ। ਪਰ ਇਹ ਲੋਕਾਂ ਨੂੰ ਤੁਸੀਂ ਉਹੀ ਫਾਰਮੂਲਾ ਇੱਥੇ ਲਾਉਣਾ ਚਾਹੋਗੇ, ਲੋਕ ਉਲਟਾ ਤੁਹਾਡੇ ਤੇ ਫਾਰਮੂਲਾ ਲਾ ਦੇਣਗੇ। ਕਿਉਂ? ਤੁਹਾਡੇ ਹੁਣ ਇਹ ਸਾਰੇ ਬਹਾਨਿਆਂ ਨੂੰ ਦੇਖ ਲਿਆ, ਇਹ ਡਰਾਉਣ ਦੇ ਥਾਣੇਦਾਰੀ ਦੇ ਤਰੀਕੇ ਨੂੰ ਦੇਖ ਲਿਆ, ਲੋਕਾਂ ਨੂੰ ਕਿਵੇਂ ਮੂਵਮੈਂਟਾਂ ਕੁਚਲਣੀਆਂ ਆ ਕਰੋਨਾ ਦੇ ਬਹਾਨੇ ਉਹ ਦੇਖ ਲਿਆ। ਪਹਿਲਾਂ ਬੰਦੇ ਤੁਹਾਨੂੰ ਪੁੱਛਦੇ ਆ ਕਿ ਕੀ ਬਿਮਾਰੀ ਅਸੀਂ ਫੈਲਾਈ ਆ, ਬਿਮਾਰੀ ਬਾਹਰੋਂ ਆਈ ਆ, ਤੁਸੀਂ ਰੋਕਣ ਦਾ ਕੀ ਕੀਤਾ? ਜਿੱਦਣ ਬਿਮਾਰੀ ਆ ਰਹੀ ਸੀ ਉਦੋਂ ਤੇ 60,000 ਦੀ ਰੈਲੀ ਅਹਿਮਦਾਬਾਦ ਕਰਕੇ ਟਰੰਪ ਸਾਹਿਬ ਉੱਥੇ ਕੱਛਾਂ ਵਜਾ ਰਹੇ ਸੀ, ਉਹ ਇਹਦੇ ਮੋਦੀ ਜੀ ਟਰੰਪ ਦੇ ਨਾਲ ਕੱਛਾਂ ਵਜਾ ਰਹੇ ਸੀ। ਉਹ ਜਿਹੜੇ ਸਾਰੇ ਬਾਹਰੋਂ ਉਦੋਂ ਅਮਰੀਕਾ ਤੋਂ ਨਾਲ ਆਏ ਸੀ ਤੇ ਉਹ ਕੋਰੋਨਾ ਲੈ ਕੇ ਨਹੀਂ ਸੀ ਆਏ, ਕਿਸੇ ਨੇ ਟੈਸਟ ਕਰਾਇਆ ਸੀਗਾ।
ਇਸ ਲਈ ਤੁਸੀਂ ਕੀ ਗੱਲਾਂ ਕਰਦੇ? ਸਾਡੇ ਦੇਸ਼ 'ਚ ਤੇ ਕਰੋਨਾ ਨਹੀਂ ਪੈਦਾ ਹੋਇਆ ਤੇ ਲੋਕਾਂ ਨੂੰ ਕਿਸ ਗੱਲ ਦੀ ਬਾਰ-ਬਾਰ ਸਜ਼ਾ ਦਿੰਦੇ ਆ ਤੁਸੀਂ? ਉਹਦਾ ਕੰਮ ਉਹਨਾਂ ਦਾ ਖਤਮ ਹੋ ਗਿਆ, ਰੁਜ਼ਗਾਰ ਖਤਮ ਹੋ ਗਿਆ। 12 ਕਰੋੜ ਲੋਕ ਪਿਛਲੀ ਵਾਰੀ ਬੇਰੁਜ਼ਗਾਰ ਹੋਏ ਆ, ਜਿਨ੍ਹਾਂ ਨੂੰ 9-10 ਕਰੋੜ ਨੂੰ ਤੇ ਟੁੱਟਾ ਭੱਜਾ ਰੁਜ਼ਗਾਰ ਮੁੜ ਕੇ ਮਿਲ ਗਿਆ, 2-3 ਕਰੋੜ ਨੂੰ ਅਜੇ ਵੀ ਨਹੀਂ ਮਿਲਿਆ। ਔਰ ਫਿਰ ਦੂਜਾ ਕੰਮ ਸ਼ੁਰੂ ਹੋ ਗਿਆ, ਫਿਰ ਲੋਕ ਭੱਜੇ ਜਾਂਦੇ ਆ। ਤੁਸੀਂ ਦੇਖ ਲਿਆ ਰੋਜ਼ ਦਿੱਲੀ 'ਚ ਕੱਲ ਕਿਵੇਂ ਭੱਜ ਰਹੇ ਸੀ, ਪੰਜਾਬ ਤੋਂ ਭੱਜ ਰਹੇ, ਅੰਬਾਲੇ ਤੋਂ ਭੱਜ ਰਹੇ, ਗੱਡੀਆਂ ਦੇ ਵਿੱਚ ਤੇਲ ਮਾਰਿਆ, ਪੁੰਜੇ ਨਹੀਂ ਪੈਂਦਾ। ਡਰਾਤੇ ਲੋਕ, ਫਿਰ ਕੰਮ ਨਹੀਂ ਹੈਗਾ। ਇੱਕ ਡਰੇ ਆ, ਇੱਕ ਕੰਮ ਹੈ ਨਹੀਂ ਹੈਗਾ। ਲੋਕ ਜਿਹੜੇ ਫੈਕਟਰੀਆਂ ਦੇ ਵਿੱਚ ਕਹਿਤਾ, ਕੰਮਾਂ ਦੇ ਵਿੱਚ ਵੀ ਕਹਿਤਾ ਅੱਧੇ ਲੋਕ ਆਓ, ਦਫ਼ਤਰਾਂ 'ਚ ਕਹਿਤਾ ਅੱਧੇ ਲੋਕ ਆਓ। ਸਾਰਾ ਸਿਸਟਮ ਸੁਖਵਿੰਦਰ ਤਹਿਸ ਨਹਿਸ ਹੋ ਗਿਆ। ਸਾਡੇ ਜਿਹੜੇ ਸੱਤਾ ਜੀਵੀ ਆ, ਉਹਨਾਂ ਨੂੰ ਸਵਾਏ ਸੱਤਾ ਤੋਂ, ਸਵਾਏ ਚੋਣਾਂ ਤੋਂ, ਸਵਾਏ ਆ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ, ਹੁਣ ਹੋ ਰਹੀਆਂ ਕਿ ਨਹੀਂ? ਜਿਹੜਾ ਯੂਪੀ ਦੇ ਵਿੱਚ, ਉੱਥੇ ਕਰੋਨਾ ਨਹੀਂ ਹੈਗਾ। ਉਹ ਤੇ ਤੁਸੀਂ ਰੋਕ ਸਕਦੇ ਆ। ਏਡਾ ਕਿਹੜਾ, ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਤੁਸੀਂ ਪਾਰਲੀਮੈਂਟ 'ਚ ਜਾ ਕੇ ਸਪੈਸ਼ਲ, ਜੇ ਤੁਹਾਡੇ ਕੋਲ ਨਹੀਂ ਵੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ, ਕੋਈ ਸਪੈਸ਼ਲ ਆਰਡੀਨੈਂਸ ਕਰਵਾ ਕੇ ਤੁਸੀਂ ਉਸ ਦਾ ਥੋੜਾ ਪੋਸਟਪੋਨ ਕਰ ਦਿਓ ਕਿ ਲੋਕਾਂ ਦੀ ਜਾਨ ਪਿਆਰੀ ਹੈ ਜਾਂ ਇਲੈਕਸ਼ਨਾਂ ਪਿਆਰੀ? ਨਾ, ਇਲੈਕਸ਼ਨਾਂ ਪਿਆਰੀਆਂ, ਕਿਉਂਕਿ ਉੱਥੇ ਹੁੰਜਾ ਫੇਰਨਾ, ਉੱਥੇ ਬੰਦੇ ਸੈੱਟ ਕਰਨੇ ਆ, ਉੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬੰਦੇ ਸੈੱਟ ਕਰਨੇ ਆ, ਬਲਾਕ ਸੰਮਤੀਆਂ 'ਚ ਕਰਨੇ ਆ। ਇਹ ਕੰਮ ਸਾਰਾ ਸਰਕਾਰਾਂ ਦੇ ਹੈਗੇ। ਸੱਤਾ ਜੀਵੀ ਸਾਡੇ ਜੀਵਨ ਨੂੰ, ਸਾਡਾ ਜਿਸ ਤਰ੍ਹਾਂ ਮੱਛਰ ਨਹੀਂ ਖੂਨ ਪੀਂਦਾ ਜਾਂ ਜੋਕਾਂ ਖੂਨ ਪੀਂਦੀਆਂ, ਇਹ ਪੀ ਕੇ ਇੰਨੇ ਮੋਟੇ ਹੋ ਗਿਆ ਜੀ ਲੋਕਾਂ ਦਾ ਨਾ, ਬਹੁਤ ਜ਼ਿਆਦਾ ਬੁਰਾ ਹਾਲ ਸੱਤਾ ਜੀਵੀਆਂ ਨੇ ਕੀਤਾ, ਜਾਣੀ ਰਾਜਨੀਤਿਕ ਜਮਾਤ ਨੇ। ਉਹਨਾਂ ਦਾ ਰੰਗ ਕੋਈ ਵੀ ਹੋਵੇ, ਮੈਂ ਤੁਹਾਨੂੰ ਇਹ ਵੀ ਗੱਲ ਕਹਿ ਦਿਆਂ ਕਿ ਅੱਜ ਕੋਈ ਫਰਕ ਨਹੀਂ ਲੱਗਦਾ ਕਿ ਇਹ ਪਾਰਟੀ ਏ ਆ ਜਾਂ ਬੀ ਆ ਜਾਂ ਸੀ ਆ। ਥੋੜੀਆਂ ਬਹੁਤੀਆਂ ਛੋਟੀਆਂ ਪਾਰਟੀਆਂ ਉਹ ਜਰਾ ਧਿਆਨ ਦੇ ਨਾਲ ਕਰਦੀਆਂ, ਕੋਈ ਬਹੁਤਾ ਸਿੱਧੇ ਤੌਰ ਤੇ ਏਡੇ ਵੱਡੇ ਪੱਧਰ ਤੇ ਹੜਬਾ ਉਹਨਾਂ ਨੂੰ ਨਹੀਂ ਮੱਚਿਆ ਕਿ ਬਹੁਤ ਭੁੱਖ ਨੰਗ ਜ਼ਿਆਦਾ ਦਿਖਾ ਲੈਣ। ਕੁਝ ਹਰ ਪਾਰਟੀ 'ਚ ਕੁਝ ਬੰਦੇ ਵੀ ਚੰਗੇ ਹੋਣਗੇ, ਲੇਕਿਨ ਜੋ ਪੋਲਿਟਿਕਸ ਹੈਗੀ ਆ, ਪੋਲਿਟਿਕਸ ਐਜ਼ ਏ ਹੋਲ, ਉਹ ਏਡੀ ਲੁਟੇਰਿਆਂ ਦੀ, ਗੈਂਗਸਟਰ ਵਾਲੀ ਪੋਲਿਟਿਕਸ ਬਣ ਗਈ ਹੈ ਕਿ ਗੈਂਗਸਟਰ ਹੀ ਸਭ ਤੋਂ ਵੱਧ ਅੱਜ ਦੀ ਤਰੀਕ ਦੇ ਵਿੱਚ, ਕ੍ਰਿਮੀਨਲ ਹੀ ਅੱਜ ਦੀ ਤਰੀਕ ਵਿੱਚ ਰਾਜਨੀਤੀ 'ਚ ਸਭ ਤੋਂ ਵੱਧ ਕਾਮਯਾਬ ਹੈਗੇ ਆ। ਇਸ ਕਰਕੇ ਜੇ ਉਹ ਇੱਥੇ ਆ ਕੇ, ਜੋ ਤੁਸੀਂ ਸਵਾਲ ਖੜਾ ਕੀਤਾ ਕਿ ਆਪਣੀ ਦਾਦਾਗਿਰੀ ਦਿਖਾਉਣ ਦੀ, ਆਪਣੀ ਉਸ ਗੈਂਗਸਟਰ ਪੁਣੇ ਦੀ ਆ ਕੇ ਕਿਸਾਨਾਂ ਦੇ ਵਿਰੁੱਧ ਦਿਖਾਉਣਗੇ, ਤੇ ਜਿਵੇਂ ਮੈਂ ਕਿਸਾਨਾਂ ਦਾ ਜੋ ਮੁੱਦਾ ਹੈ ਮੁੱਖ ਤੌਰ ਤੇ ਕਿ ਸਾਡੇ ਤੇ ਬਹੁਤ ਵੱਡਾ ਹਮਲਾ ਹੈ, ਸਾਡੀ ਜ਼ਮੀਨਾਂ ਖੋਣ ਨੂੰ ਫਿਰਦੇ ਆ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਇਹ ਫਿਰ ਸਿੱਧੀ ਟੱਕਰ ਹੋਊਗੀ। ਇਹਦੇ 'ਚ ਸੁਖਵਿੰਦਰ ਕੱਲੀ ਇੱਥੇ ਦੀ ਨਹੀਂ ਹੋਊਗੀ। ਟਿਕਾਇਤ ਤੇ ਹਮਲਾ ਕੀਤਾ ਸੀ ਤੇ ਕਿੰਨੀ ਮੂਵਮੈਂਟ ਫੈਲੀ ਸੀਗੀ। ਇਹਨਾਂ ਦੇ ਕਰਕੇ ਦੇਖ ਲੈਣ, ਜੇ ਪੂਰੀ ਵਿਦੇਸ਼ਾਂ ਤੱਕ ਨਾ ਮੂਵਮੈਂਟ ਫੈਲ ਜੂਗੀ ਤੇ ਮੈਨੂੰ ਇਹਦਾ ਕਹਿ ਲੈਣ। ਇਹ ਸੱਤਾ ਵਾਲੇ ਲੋਕ ਸਮਝ ਲੈਣ ਕਿ ਇਹ ਨਾ ਤੇ ਸ਼ੀਨ ਬਾਗ ਆ ਤੇ ਨਾ ਪਿਛਲੇ ਸਾਲ ਦਾ ਕਰੋਨਾ। ਇਸ ਵਾਰੀ ਲੋਕਾਂ ਦੇ ਸਾਹਮਣੇ ਚੁਆਇਸ ਨਹੀਂ ਬਚੀ। ਉਹ ਪਹਿਲਾਂ ਹੀ ਆਪਣੇ ਆਪ ਨੂੰ ਮਰਿਆ ਸਮਝਦੇ ਆ। ਤੇ ਕੀ ਡਰਾ ਲੋਗੇ ਉਹਨਾਂ ਨੂੰ? ਜਿਹੜਾ ਬੰਦਾ ਇਹ ਸਮਝਦਾ ਕਿ ਮੈਨੂੰ ਤੇ ਮੈਂ ਤੇ ਮਰਨ ਦੇ ਕਿਨਾਰੇ ਪਹੁੰਚਾਤਾ, ਮੈਨੂੰ ਉਹ ਕਹੂਗਾ ਕਿ ਮੈਂ ਕਰੋਨਾ ਨਾ ਮਰਾਂ ਜਾਂ ਭੁੱਖਾ ਮਰਾਂ ਜਾਂ ਮੈਂ ਲੜ ਕੇ ਮਰਾਂ। ਉਹ ਕਹੂਗਾ ਮੈਂ ਲੜ ਕੇ ਮਰੂੰਗਾ, ਨਾ ਮੈਂ ਭੁੱਖ ਨਾਲ ਮਰਨਾ ਆ, ਨਾ ਮੈਂ ਕਰੋਨਾ ਨਾਲ ਮਰਨਾ। ਮਰ ਜੂਗਾ ਤੇ ਕੋਈ ਗੱਲ ਨਹੀਂ ਹੈ, ਕਿਉਂਕਿ ਮੈਨੂੰ ਤੇ ਬਿਲਕੁਲ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਰਿਹਾ। ਹਾਂਜੀ ਸੁਖਵਿੰਦਰ, ਬਿਲਕੁਲ ਪ੍ਰੋਫੈਸਰ ਸਾਹਿਬ, ਜਿਵੇਂ ਮੈਂ ਕਿਹਾ ਕਿ ਚਲੋ ਠੀਕ ਹੈ, ਇੱਕ ਪਾਸੇ ਆਪਰੇਸ਼ਨ ਸ਼ਕਤੀ ਚੱਲਣਾ ਹੈ, ਪਰ ਦੂਜੇ ਪਾਸੇ ਸਰਕਾਰ ਵੀ ਆਪਣੀ ਸ਼ਕਤੀ ਵਰਤ ਰਹੀ ਹੈ। ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਮਝੌਤਿਆਂ ਵਾਲੇ ਪਾਸੇ, ਕਿ ਕਿਸਾਨ ਜਿਹੜੇ ਨੇ, ਅਸੀਂ ਪ੍ਰਸਤਾਵ ਜਿਹੜਾ ਕਿਸਾਨਾਂ ਨੂੰ ਭੇਜਿਆ ਹੋਇਆ ਉਹਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰ ਲੈਣ, ਜਿਹੜਾ 1.5-2 ਸਾਲ ਦੇ ਲਈ ਕਾਨੂੰਨ ਨੂੰ ਸਥਗਿਤ ਕਰ ਲਈਏ। ਇਹਦੇ ਉੱਤੇ ਵਿਚਾਰਾਂ ਚੱਲ ਰਹੀਆਂ ਨੇ। ਕੀ ਕਿਸਾਨਾਂ ਨੂੰ ਹੁਣ ਨਹੀਂ ਮੰਨ ਜਾਣਾ ਚਾਹੀਦਾ, ਕਿਉਂਕਿ ਜਿਸ ਮੁਕਾਮ ਤੱਕ ਹੁਣ ਪਹੁੰਚ ਚੁੱਕਿਆ ਆ, ਉਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਨੂੰ ਜਾਂ ਦੇਸ਼ ਨੂੰ ਵੀ ਫਰਕ ਤਾਂ ਪੈ ਹੀ ਰਿਹਾ। ਸੁਖਵਿੰਦਰ, ਪੰਜਾਬ ਸਰਕਾਰ ਦੇ ਕੁਝ ਅਫਸਰ ਤੇ ਕੁਝ ਪੁਲਿਸ ਦੇ ਅਫਸਰ, ਕੁਝ ਖੇਤੀ ਦੇ ਵੀ ਅਫਸਰ, ਇਹ ਮਿਲਾ ਕੇ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਆ ਕਿ ਕੋਈ ਨਾ ਕੋਈ ਸਮਝੌਤਾ 26 ਜਨਵਰੀ ਤੋਂ ਪਹਿਲਾਂ ਹੋ ਜਾਏ। ਉਹਦੇ ਚ ਕਾਫੀ ਜਿੰਨਾ ਇਹ ਜਿਹੜੇ ਆ ਹੁਣ ਵਾਲੇ ਸਾਡੇ ਇੰਟੈਲੈਕਚੁਅਲਸ ਜਾਂ ਕੋਈ ਕਹਿ ਰਹੇ ਆ ਨਾ ਕਿ ਕਰ ਲੈਣਾ ਚਾਹੀਦਾ, ਤੇ ਸਾਰਿਆਂ ਨੂੰ ਪਤਾ ਕੁਝ ਕਰਨਾ ਚਾਹੀਦਾ। ਕਿੱਦਾਂ ਕੀਤਾ ਜਾਵੇ? ਕੋਈ ਗੱਲ ਤੇ ਕਰਨ ਲਈ ਆ ਨਹੀਂ ਰਿਹਾ। ਔਰ ਨਾਲੇ ਜੋ ਦੇਸ਼ ਦੀ ਜਾਂ ਸਰਕਾਰਾਂ ਦੀ ਜਾਂ ਸਾਡੀ ਸੁਪਰੀਮ ਕੋਰਟ ਦੀ ਜਾਂ ਹੋਰਨਾਂ ਦੀ ਜ਼ਿੰਮੇਵਾਰੀ ਲੋਕਾਂ ਪ੍ਰਤੀ ਬਣਦੀ ਹੈ, ਉਹ ਕੌਣ ਤੈਅ ਕਰੂਗਾ? ਉਹ ਕਦੋਂ ਲੋਕਾਂ ਨੂੰ ਹੱਕ ਹਕੂਕ ਮਿਲੂਗਾ? ਤੁਸੀਂ ਆਪ ਹੀ ਧੱਕੇ ਦੇ ਨਾਲ ਲੋਕਾਂ ਤੇ ਹਮਲਾ ਕੀਤਾ। ਹੁਣ ਉਹ ਹਮਲੇ ਦਾ ਜਦੋਂ ਜਵਾਬ ਦੇ ਰਹੇ ਆ, ਫਿਰ ਤੁਸੀਂ ਕਹਿੰਦੇ ਆ ਕਿ ਹੁਣ ਸਮਝੌਤਾ ਕਰ ਲਓ। ਮੇਰਾ ਖਿਆਲ ਹੈ ਕਿ ਇਹਨਾਂ ਇੰਟੈਲੈਕਚੁਅਲਸ ਨੂੰ, ਉਹ ਤੇ ਹੁਣ ਥੱਕ ਗਏ ਜਿਹੜੇ ਪਹਿਲਾਂ ਲੱਗੇ ਸੀਗੇ, ਉਹ ਨਹੀਂ ਬਹੁਤੀ ਗੱਲ ਕਰਦੇ। ਮੇਰੇ ਕੋਲ ਵੀ ਕਦੀ ਮੈਂ ਕੋਈ ਉਹਨਾਂ ਨੂੰ ਨਿੰਦ ਨਹੀਂ ਰਿਹਾ ਸੁਖਵਿੰਦਰ, ਉਹਨਾਂ ਦੀ ਆਪਣੀਆਂ ਸਿੰਸੀਅਰ ਐਫਰਟਸ ਵੀ ਹੋ ਸਕਦੀਆਂ,
ਐਜ਼ ਗਵਰਨਮੈਂਟ EMPLOYE ਉਹਨਾਂ ਦੀ ਗਵਰਨਮੈਂਟ ਡਿਊਟੀ ਵੀ ਲਾ ਸਕਦੀ ਹੈ, ਯਾਰ ਕੋਈ ਹੱਲ ਕਰੋ, ਬਹੁਤ ਬੁਰਾ ਹਾਲ ਹੋ ਗਿਆ, ਹੁਣ ਕਰੋਨਾ ਵੀ ਆ ਪੰਜਾਬ ਦੇ ਵਿੱਚ, ਕੋਈ ਹੱਲ ਕੱਢੋ। ਇਹ ਹੁਣ ਇੱਕ ਨਵੀਂ ਲੌਬੀ ਆਈ ਹੈ, ਇਹ ਜਿਹਦੇ ਵਿੱਚ ਇੰਟੈਲੈਕਚੁਅਲਸ ਆ, ਉਹਨਾਂ ਨੂੰ ਕਿਸੇ ਕਿਸਾਨ ਨੇ ਨਹੀਂ ਮੇਰਾ ਖਿਆਲ ਕਿਹਾ ਕਿ ਤੁਸੀਂ ਸਾਡੀ ਮਦਦ ਕਰੋ। ਪਰ ਜੇ ਤੁਸੀਂ ਮਦਦ ਕਰਨੀ ਆ ਤੇ ਘੱਟੋ ਘੱਟ ਪਹਿਲਾਂ ਇੱਕ ਮੀਟਿੰਗ ਸਮੁੱਚੇ ਕਿਸਾਨਾਂ ਦੀ ਲੀਡਰਸ਼ਿਪ ਨਾਲ ਤੇ ਕਰ ਲਓ, ਉਹਨਾਂ ਦਾ ਤੇ ਜਾਣ ਲਓ ਕਿ ਉਹ ਕੀ ਚਾਹੁੰਦੇ ਆ। ਕਿ ਜੇ ਉਹ ਚਾਹੁੰਦੇ ਆ ਕਿ ਸਾਨੂੰ ਇੱਥੇ ਤੱਕ ਮਨਜ਼ੂਰ ਹੈਗਾ, ਸਾਨੂੰ ਜੇ ਸਾਰੇ ਕਾਨੂੰਨ ਨਹੀਂ ਤੇ ਦੋ ਮੁੱਖ ਕਾਨੂੰਨ ਜਿਹੜੇ ਵਾਪਸ ਲੈ ਲਏ ਜਾਣ, ਬਾਕੀ ਦਾ ਅਸੀਂ ਕੋਈ ਹੋਰ ਗੱਲ ਕਰ ਲੈਂਦੇ ਆ, ਤੇ ਮਿਨੀਮਮ ਸਪੋਰਟ ਪ੍ਰਾਈਸ ਮਿਲ ਜੇ, ਕੋਈ ਵੀ ਕਿਸੇ ਵੀ ਕਿਸਮ ਦਾ, ਜਿਹੜਾ ਇੱਥੇ ਤੱਕ ਸਰਕਾਰ ਵੀ ਹਿੱਲਣ ਜੁਲਣ ਲਈ ਤਿਆਰ ਬੈਠੀ ਹੈ। ਪਰ ਤੁਸੀਂ ਆਪਣੀ ਵੱਲੋਂ ਹੀ ਕੋਈ, ਮੈਂ ਹੁਣ ਜਿਸ ਤਰ੍ਹਾਂ ਬੈਠਾ ਆ, ਮੈਂ ਆਪਣੀ ਵੱਲੋਂ ਪ੍ਰਪੋਜ਼ਲ ਦੇ ਦਾਂ ਕਿ ਇੰਜ ਕਰ ਲਓ, ਇੰਜ ਕਰ ਲਓ। ਮੈਨੂੰ ਲੱਗਦਾ ਇਹ ਸਾਡੀ ਜਾਂ ਤੇ ਆਪਣੀ ਹਉਮੈ ਹੈਗੀ ਹੈ, ਆਪਣੇ ਇੰਟੈਲੈਕਚੁਅਲਿਜ਼ਮ ਦੀ ਈਗੋ ਹੈਗੀ ਹੈ, ਜਾਂ ਫਿਰ ਸਾਨੂੰ ਜਾਣੀ ਇਨਐਕਸਪੀਰੀਅੰਸ ਹੈ ਕਿ ਜੋ ਇੰਨੀ ਦੇਰ ਦੇ ਸੜਕ ਤੇ ਬੈਠੇ ਯੁੱਧ ਕਰ ਰਹੇ ਆ, ਆਪਾਂ ਉੱਥੇ ਤੱਕ ਤੇ ਪਹੁੰਚੇ ਨਹੀਂ। ਪਹੁੰਚ ਕੇ ਜੇ ਗੱਲ ਕਰੀਏ ਕਿ ਤੁਸੀਂ ਕੀ ਚਾਹੁੰਦੇ ਆ, ਕਿੰਨਾ ਚਾਹੁੰਦੇ ਆ, ਫਿਰ ਕੋਈ ਗੱਲ ਚੱਲੇ ਤੇ ਸਮਝ ਪੈਂਦੀ ਹੈ। ਇਹਦੇ ਨਾਲੋਂ ਤੇ ਜਿਹੜੇ ਪਹਿਲੇ ਸੁਖਵਿੰਦਰ ਅਫਸਰ ਸੀਗੇ, ਉਹ ਲਗਾਤਾਰ ਇਨ ਟੱਚ ਸੀ ਲੀਡਰਾਂ ਦੇ, ਉਹਨਾਂ ਨੂੰ ਪੁੱਛਦੇ ਸੀ, ਫਿਰ ਦੂਜੇ ਪਾਸੇ ਗੱਲ ਕਰਦੇ ਸੀ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਆਪਣੇ ਤੌਰ ਤੇ ਕੋਈ ਇਹੋ ਜਿਹੀ ਗੱਲ ਕੀਤੀ ਹੈ। ਔਰ ਲਾਸਟ ਗੱਲ ਮੈਂ ਇਹ ਕਹਿ ਦਿਆਂ, ਬਹੁਤੇ ਇੰਟੈਲੈਕਚੁਅਲ ਇਹਨਾਂ ਚੋਂ ਕੁਝ ਕੁ ਨੂੰ ਛੱਡ ਕੇ ਇਸ ਕਿਸਮ ਦੇ ਹੀ ਆ ਕਿ ਲਿਬਰਲ ਏਜੰਡਾ, ਜੋ ਉਹਨਾਂ ਨੂੰ ਇਕਨੋਮਿਕਸ, ਪੋਲੀਟੀਕਲ ਸਾਇੰਸ, ਪੋਲੀਟੀਕਲ ਇਕੋਨਮੀ, ਐਡਮਿਨਿਸਟ੍ਰੇਸ਼ਨ ਪੜ੍ਹਾਇਆ ਗਿਆ ਜਿਹੋ ਜਿਹਾ, ਉਹ ਇਹੀ ਗੱਲ ਕਹਿੰਦਾ ਕਿ ਦੇਖੋ ਜੀ ਖੇਤੀ ਤੇ ਬੜਾ ਭਾਰ ਆ, ਲੋਕ ਤੇ ਬਾਹਰ ਹੀ ਕੱਢਣੇ ਪੈਣੇ ਆ, ਖੇਤੀ ਤਬਾਹ ਹੋ ਜਾਣੀ। ਉਹ ਆਊਟ ਆਫ ਬਾਕਸ ਇੰਡੀਆ 'ਚ ਕੋਈ ਅਲੱਗ ਮਾਡਲ ਹੋ ਸਕਦਾ, ਸਾਨੂੰ ਕੋਈ ਅਲੱਗ ਜ਼ਰੂਰਤਾਂ, ਸਾਡਾ ਪੌਣ ਪਾਣੀ ਅਲੱਗ, ਸਾਡੇ ਜ਼ਮੀਨ ਬੜੀ ਥੋੜੀ ਆ, ਬੰਦੇ ਸਾਡੇ ਬਹੁਤ ਜ਼ਿਆਦਾ ਹੈਗੇ ਆ, ਸ਼ਹਿਰਾਂ 'ਚ ਕੋਈ ਜਗ੍ਹਾ ਨਹੀਂ, ਤੇ ਆਪਾਂ ਕੋਈ ਇੱਥੇ ਦਾ ਮਾਡਲ ਕੱਢ ਕੇ ਦਈਏ, ਇਹ ਨਹੀਂ ਸੋਚ ਰਹੇ। ਬਾਹਰ ਕੱਢ ਦਿਓ, ਬਾਹਰ ਕੱਢ ਦਿਓ, ਇਹੋ ਹੀ ਵਰਲਡ ਬੈਂਕ ਕਹਿ ਰਹੀ ਆ, ਇਹੋ ਹੀ IMF ਕਹਿ ਰਹੀ ਆ, ਇਹੋ ਹੀ ਸਾਡੇ ਬਹੁਤ ਸਾਰੇ ਜਿਹੜੇ ਇੱਥੇ ਦੇ ਇਕਨੋਮਿਕ ਪਲੈਨਰ ਆ ਵਿੱਚ ਇੰਟੈਲੈਕਚੁਅਲ, ਉਹ ਕਹਿ ਰਿਹਾ, ਸ਼ੋਅ ਗਲਾਟੀ ਵੀ ਇਹੀ ਕਹਿ ਰਿਹਾ। ਫਿਰ ਫਰਕ ਕੀ ਹੋਇਆ? ਫਿਰ ਤੇ ਇੱਕੋ ਹੀ ਗੱਲ ਹੋਈ ਨਾ। ਤੁਸੀਂ ਰੱਬ ਦਾ ਵਾਸਤਾ ਇਸ ਤਰ੍ਹਾਂ ਨਾ ਕਰੀਏ, ਆਪਾਂ ਇਹ ਸੋਚੀਏ ਕਿ ਕਿਸਾਨ ਇੱਥੇ ਦਾ ਕੋਈ ਮਾਡਲ ਜਿਹੜਾ ਕਿਸਾਨੀ ਨੂੰ ਬਚਾਉਣ ਦਾ, ਕਿਸਾਨੀ ਨੂੰ ਅੰਗੇਜ ਰੱਖਣ ਦਾ, ਕਿਸਾਨੀ ਦੇ ਭਵਿੱਖ ਦਾ, ਉਹ ਕਿਹੜਾ ਸੂਟ ਕਰਦਾ। ਤੇ ਸਰਕਾਰ ਕਿਸਾਨਾਂ ਪ੍ਰਤੀ, ਮਜ਼ਦੂਰਾਂ ਪ੍ਰਤੀ ਤੇ ਦੇਸ਼ ਦੇ ਕਿਰਤੀਆਂ ਪ੍ਰਤੀ ਕਿੰਨੀ ਕੁ ਸੁਹਿਰਦ ਆ, ਉਹਨੂੰ ਕਿੰਨਾ ਆਪਾਂ ਅਕਾਊਂਟੇਬਲ ਬਣਾ ਸਕਦੇ ਆ, ਉਹਦੇ ਲਈ ਕੋਈ ਸਕੀਮ ਹੈਗੀ ਤੇ ਉਹ ਦੱਸੋ, ਤਾਂ ਕਿ ਸਾਨੂੰ ਚੰਗਾ ਲੱਗੇ, ਅਸੀਂ ਵੀ ਤੁਹਾਡੇ ਨਾਲ ਖੜੇ ਹੋਈਏ। ਜਿਹੜੇ ਵੀ ਇੰਟੈਲੈਕਚੁਅਲ ਨੇ ਉਹ ਸਲਾਹ ਦੇ ਰਹੇ ਨੇ ਆਪਣੇ ਤੌਰ ਤੇ, ਸਰਕਾਰ ਤਾਂ ਕੋਈ ਪ੍ਰਪੋਜ਼ਲ ਨਹੀਂ ਭੇਜ ਰਹੀ। ਜੇ ਮੰਨ ਲਓ ਕਿ ਹੁਣ ਜੇ ਸਰਕਾਰ ਪ੍ਰਪੋਜ਼ਲ ਭੇਜਦੀ ਹੈ ਇਸ ਉੱਤੇ, ਕੀ ਕਿਸਾਨ ਇਹ ਮੰਨ ਲੈਣਗੇ ਜਾਂ ਕਿਸਾਨਾਂ ਨੂੰ ਮੰਨ ਲੈਣਾ ਚਾਹੀਦਾ ਪ੍ਰਪੋਜ਼ਲ ਕਿ ਅਸੀਂ MSP ਲੀਗਲ ਲੈ ਲਈਏ? ਮੇਰੀ ਸੁਖਵਿੰਦਰ ਜੀ, ਸੁਪਰੀਮ ਕੋਰਟ ਦੇ ਵਿੱਚ ਕਿਸਾਨ ਤੇ ਨਹੀਂ ਗਏ, ਕੋਈ ਹੋਰ ਹੀ ਚਲੇ ਗਏ ਉੱਥੇ। ਉਹਨਾਂ ਨੇ ਫਿਰ ਉਹ ਇੱਕ ਕਮੇਟੀ ਦੀ ਬਣਾਤੀ, ਉਹ ਕਮੇਟੀ ਨੇ ਰਿਪੋਰਟ ਵੀ ਸਬਮਿਟ ਕਰਤੀ, ਹੈ ਨਾ। ਉਹ ਬੰਦੇ ਤੁਸੀਂ ਜਾਣਦੇ ਆ, ਜਿਹਦੇ ਵਿੱਚ ਮਾਨ ਸਾਹਿਬ ਵੀ ਸਾਡੇ ਸੀ, ਉਹਨਾਂ ਨੇ ਇਮੀਡੀਏਟਲੀ ਵਿਦਡਰਾ ਕਰ ਲਿਆ ਸੀਗਾ, ਗੁਰਦਾਸਪੁਰ ਵਾਲੇ। ਹੁਣ ਇਹਨਾਂ ਤੇ ਜਦੋਂ ਅਜੇ ਕਮੇਟੀ ਬਣੀ, ਉਸੇ ਵੇਲੇ ਕਿਸਾਨ ਲੀਡਰਾਂ ਨੇ ਉਹਨੂੰ ਕਹਿਤਾ ਕਿ ਸਾਨੂੰ ਮਨਜ਼ੂਰ ਨਹੀਂ ਹੈਗੀ। ਇਹ ਤਾਂ ਕਮੇਟੀ ਉਹਨਾਂ ਬੰਦਿਆਂ ਦੀ ਹੈ ਜਿਹੜੇ ਕਾਨੂੰਨਾਂ ਦੇ ਹੱਕ 'ਚ ਲਿਖਦੇ ਰਹੇ ਆ। ਇਹੀ ਹਾਲ ਇਹਨਾਂ ਦੀਆਂ ਪ੍ਰਪੋਜ਼ਲਾਂ ਦਾ ਹੋਣਾ। ਤਾਂ ਹੀ ਮੈਂ ਕਹਿਣਾ ਕਿ ਜਿਸ ਬੰਦੇ ਦਾ ਦਰਦ ਆ ਜਾਂ ਜਿਸ ਸਮੁਦਾਇ ਦਾ ਦਰਦ ਆ ਜੋ ਲੜ ਰਹੇ ਆ, ਪਹਿਲਾਂ ਆਪਾਂ ਉਹਨਾਂ ਲੀਡਰਾਂ ਨਾਲ ਤੇ ਕੋਈ ਸਲਾਹ ਮਸ਼ਵਰਾ ਕਰ ਲਈਏ। ਕਿਸੇ ਦੀ ਆਪਾਂ ਤੇ ਉਹਨਾਂ ਦੀ ਮਦਦ ਕਰਨੀ ਆ ਜਾਂ ਅਸੀਂ ਆਪਣੀ ਕੋਈ ਵਿੱਚੋਂ ਵਿਚੋਲਗੀ ਕਰਨੀ ਆ? ਇਹ ਤੇ ਫਿਰ ਅਨਸੋਲੀਸਿਟਡ ਵਿਚੋਲਗੀ ਵਾਲੀ ਗੱਲ ਹੋ ਗਈ। ਮੈਨੂੰ ਲੱਗਦਾ ਕਿ ਬਹੁਤੀ ਸਿਆਣੀ ਗੱਲ ਨਹੀਂ ਹੁੰਦੀ, ਨਾ ਇਹਦੇ ਕੋਈ ਬਹੁਤੇ ਫਰੂਟ ਨਿਕਲਦੇ ਹੁੰਦੇ ਆ। ਮੰਨ ਲਓ ਇਹਨਾਂ ਨੂੰ ਸਰਕਾਰ ਜੇ ਕੋਈ ਇਹਨਾਂ ਨੇ ਲਿਖਿਆ ਹੈ ਤੇ ਉਹ ਕਹਿ ਵੀ ਦਿੰਦੀ ਹੈ ਕਿ ਹਾਂ ਜੀ ਤੁਸੀਂ ਆਹ ਗੱਲਾਂ ਦੱਸੋ, ਕੀ ਫਿਰ ਇਹ ਲੈ ਕੇ ਜਾਣਗੇ, ਫਿਰ ਉਹ ਕੀ ਉਹਦਾ ਫਾਇਦਾ ਹੋ? ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਇਹੋ ਜਿਹੀਆਂ ਐਕਸਰਸਾਈਜ਼ 3-4 ਮਹੀਨੇ ਹੋ ਕੇ ਹਟ ਗਈ ਆ, ਠੰਡੀ ਪੈ ਗਈ ਆ। ਇਹ ਕੋਈ ਨਵਾਂ ਗੇਟ ਖੁੱਲਿਆ ਆ ਤੇ ਖੁੱਲੇ ਰਹਿਣ ਦਾ ਕੋਈ ਹਰਜ ਨਹੀਂ ਹੈ, ਪਰ ਇਹਦਾ ਤਰੀਕਾ ਇਹ ਹੋਣਾ ਚਾਹੀਦਾ। ਗੱਲ ਕਹਿ ਰਹੇ ਹੋ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਉਹਦੀ ਰਿਪੋਰਟ ਵੀ ਪਹੁੰਚ ਗਈ ਹੈ, ਉਹਨੂੰ ਕਿਉਂ ਦੱਬਿਆ ਹੋਇਆ? ਉਸ ਉੱਤੇ ਕਿਉਂ ਨਹੀਂ ਕਲੀਅਰ ਹੋ ਰਹੀ? ਸਰਕਾਰ ਉਧਰੋਂ ਵੀ ਤਾਂ ਕਰ ਸਕਦੀ ਹੈ ਇਸ ਮਸਲੇ ਦਾ ਹੱਲ। ਨਹੀਂ, ਸਰਕਾਰ ਨੇ ਹੱਲ ਨਹੀਂ ਕਰਨਾ। ਕਿਸਾਨਾਂ ਨੂੰ ਉਹ ਚੀਜ਼ ਸਾਰੀ ਐਕਸਰਸਾਈਜ਼ ਮਨਜ਼ੂਰ ਹੀ ਨਹੀਂ। ਸੁਪਰੀਮ ਕੋਰਟ ਕੁਝ ਵੀ ਕਰੀ ਜਾਏ, ਜਿਸ ਦੇ ਵਿੱਚ ਜਿਹੜੇ ਕਿਸਾਨ ਭਾਗੀਦਾਰ ਨਹੀਂ ਹੈਗੇ, ਜਿਹਦੇ ਵਿੱਚ ਸ਼ਾਮਲ ਨਹੀਂ ਹੋਏ, ਨਾ ਉਹ ਕੋਰਟ 'ਚ ਗਏ, ਤੀਜੀ ਕੋਈ ਪਾਰਟੀ ਉਂਝ ਆਪਣਾ ਜਾ ਕੇ ਆਪ ਹੀ ਕੋਈ ਵਰਡਿਕਟ ਦੇ ਕੇ ਇਹਨਾਂ ਤੇ ਲਾਗੂ ਕਰਨੇ ਮੰਨਣਗੇ? ਇਸ ਤਰ੍ਹਾਂ ਨਹੀਂ ਹੈ। ਜਾਂ ਤੇ ਉੱਥੋਂ ਇਨਸਾਫ ਲੈਣ ਗਏ ਹੁਣ ਤੇ ਉਹਨਾਂ ਨੇ ਕਮੇਟੀ ਬਣਾਈ ਹੋਏ, ਦੈਨ ਦੇ ਆਰ ਅ ਪਾਰਟੀ, ਦੇ ਆਰ ਬਾਉਂਡ
ਉਹ ਬਾਉਂਡ ਨਹੀਂ ਹੈਗੇ, ਕਿਸਾਨ ਨਹੀਂ ਬਾਉਂਡ ਹੈਗੇ। ਕੋਈ ਕਿਸੇ ਨੇ ਹੋਰ ਹੀ ਆਪਣੇ ਤੀਜੇ ਬੰਦੇ ਨੇ ਕਰੀ ਜਾਣਾ ਤੇ ਕਰੀ ਜਾਵੇ, ਉਹਦਾ ਕੋਈ ਅਰਥ ਨਹੀਂ ਹੈ। ਕਿਸਾਨਾਂ ਨੇ ਸ਼ੁਰੂ ਚ ਉਸ ਨੂੰ ਰਿਜੈਕਟ ਕਰਤਾ। ਮੇਰਾ ਖਿਆਲ ਹੈ ਕਿ ਇਸ ਕਰੂਸ਼ੀਅਲ ਮੌਕੇ ਤੇ ਸਾਨੂੰ ਇਹੋ ਜਿਹੀਆਂ ਸਕੀਮਾਂ ਕਿਸਾਨਾਂ ਨੂੰ ਦੱਸਣੀਆਂ ਚਾਹੀਦੀਆਂ ਕਿ ਉਹ ਆਪਣੀ ਲੜਾਈ ਦੇ ਵਿੱਚ ਹੋਰ ਕਿਵੇਂ ਸਸ਼ਕਤ ਤੇ ਕਿਵੇਂ ਕਾਰਗਰ ਢੰਗ ਦੇ ਨਾਲ ਸਰਕਾਰ ਨੂੰ ਇਸ ਗੱਲ ਤੇ ਗੋਡੜੀਆਂ ਲਵਾ ਸਕਣ ਤੇ ਆਪਣੀਆਂ ਗੱਲਾਂ ਮਨਵਾ ਸਕਣ। ਉਹ ਕਿਸਾਨਾਂ ਦੇ ਵੀ ਹਿੱਤ ਚ ਹੋਊ, ਪੰਜਾਬ ਦੇ ਵੀ ਹਿੱਤ ਚ ਹੋਊ ਤੇ ਜਨਤਾ ਜਨਾਰਦਨ ਦੇ ਵੀ ਹਿੱਤ ਚ ਹੋਊ। ਇਨਸਟੈਡ ਕਿ ਉਹਦੀ ਜਗ੍ਹਾ ਅਸੀਂ ਇਹ ਕਹੀਏ ਕਿ ਹੁਣ ਤੁਸੀਂ ਇੱਥੇ ਇੱਕ ਗੱਲ ਕਰ ਲਓ, ਉੱਥੇ ਇੱਕ ਗੱਲ ਕਰ ਲਓ, ਮੈਨੂੰ ਲੱਗਦਾ ਉਹਦਾ ਕੋਈ ਬਹੁਤਾ ਇੰਜ ਤੇ ਹਰ ਕੋਈ ਕਹੀ ਜਾਂਦੇ ਆ, ਕਹਿਣ ਦਿਓ, ਪਰ ਉਹਦਾ ਕੋਈ ਬਹੁਤਾ ਨਤੀਜਾ ਨਿਕਲਦਾ ਨਜ਼ਰ ਨਹੀਂ ਆਉਂਦਾ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਪੰਜਾਬ ਦੀ ਸਿਆਸਤ ਵੱਲ ਆਉਂਦੇ ਹਾਂ ਪ੍ਰੋਫੈਸਰ ਸਾਹਿਬ, ਆਖਰੀ ਖਬਰ ਇਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਮਨਜ਼ੂਰ ਹੋ ਜਾਣਾ, ਫਿਰ ਉਹਨਾਂ ਦੀਆਂ ਦੁਆਈਆਂ। ਤੁਸੀਂ ਦੇਖਿਆ ਕਿ ਸਿੱਧੂ ਸਾਹਿਬ ਵਾਂਗੂ ਉਹਨਾਂ ਨੇ ਵੀ ਸਾਰਾ ਕੁਝ ਫਰੋਲ ਕੇ ਧਰਤਾ ਕਿ ਆਹ ਕੁਝ ਹੋਇਆ। ਨਵਜੋਤ ਕੌਰ ਸਿੱਧੂ ਨੇ ਕਹਿ ਦਿੱਤਾ ਕਿ ਜੇ ਪਾਰਟੀ ਕਹਿੰਦੇ ਹੋ ਤਾਂ ਫਿਰ ਗ੍ਰਹਿ ਮੰਤਰੀ ਸੂਬੇ ਦੇ ਜਿਹੜੇ ਨੇ ਤੇ ਡੀਜੀਪੀ ਸਾਹਿਬ ਨੇ ਉਹਨਾਂ ਦਾ ਵੀ ਅਸਤੀਫਾ ਲਓ। ਉਧਰ ਅਤੁਲ ਨੰਦਾ ਉਹਨਾਂ ਦੇ ਅਸਤੀਫੇ ਦੀ ਗੱਲ ਹੋ ਰਹੀ ਹੈ। ਇਸ ਸਾਰੇ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਉਹ ਡਿਟੇਲ ਇੰਟਰਵਿਊ ਮੇਰਾ ਖਿਆਲ 45-46 ਮਿੰਟ ਦੀ ਉਹਨਾਂ ਦੀ ਇੰਟਰਵਿਊ ਹੈਗੀ ਆ, ਮੈਂ ਸੁਣੀ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਤੋਂ, ਉਹ ਇੰਟਰਵਿਊ ਤੋਂ, ਹੁਣ ਦੂਜੀਆਂ ਸਾਈਡਾਂ ਤੇ ਅਸੀਂ ਸੁਣੀਆਂ ਨਹੀਂ, ਉਹਦੇ ਤੋਂ ਸਾਫ਼ ਇੰਜ ਲੱਗਦਾ ਕਿ ਸਰ ਇੱਕ ਬੰਦੇ ਦੇ ਨਾਲ ਜਾਂ ਉਸ ਸਾਰੀ ਇਨਕੁਆਇਰੀ ਨਾਲ ਬਹੁਤ ਧੱਕਾ ਇੰਜ ਹੈ ਕਿ ਉਹਨਾਂ ਦੇ 3-4 ਪੁਆਇੰਟ ਜਿਹੜੇ ਬੜੇ ਇੰਪੋਰਟੈਂਟ ਆ। ਪਹਿਲੀ ਗੱਲ ਕਿ ਇਹ ਹਾਈ ਕੋਰਟ ਦੀ ਜੁਰਿਸਡਿਕਸ਼ਨ ਨਹੀਂ। ਜਦੋਂ ਲੋਅਰ ਕੋਰਟ ਦੇ ਵਿੱਚ ਡਿਸਟ੍ਰਿਕਟ ਕੋਰਟ ਸੈਸ਼ਨ ਜੱਜ ਦੇ ਉੱਥੇ ਸਾਰੇ ਸਾਹਮਣੇ ਇਹ ਕੇਸ ਆਲਰੇਡੀ ਚੱਲ ਰਿਹਾ, FIR ਦਰਜ ਆ, ਚਲਾਨ ਪੇਸ਼ ਹੋ ਗਏ, ਲਾਸਟ ਚਲਾਨ ਪੇਸ਼ ਹੋਣ ਵਾਲਾ, ਤੁਸੀਂ ਉਸ ਸਾਰੀ ਪ੍ਰਕਿਰਿਆ ਨੂੰ ਹਾਇਰ ਕੋਰਟ ਦੇ ਵਿੱਚ ਚੁਣੌਤੀ ਦੇ ਹੀ ਨਹੀਂ ਸਕਦੇ। ਉਹਨਾਂ ਦਾ ਕਹਿਣਾ ਇਹ ਹੈ। ਦੂਜੀ ਗੱਲ ਉਹਨਾਂ ਦੀ ਕਹਿਣੇ ਆ ਕਿ ਜਿੰਨੇ ਸਾਡੇ ਜੱਜ ਸਾਹਿਬਾਨ ਹੈਗੇ, ਵਕੀਲ ਸਾਹਿਬਾਨ, ਅਤੁਲ ਨੰਦਾ ਤੇ ਉਹਨਾਂ ਦੀ ਸਾਰੀ ਟੀਮ, ਉਹਨਾਂ ਨੇ ਕਦੀ ਉਹਨਾਂ ਦੀ ਨਹੀਂ ਸੁਣੀ। ਉਹਨਾਂ ਨੇ ਉਹ ਕਰਲਾ ਕੇ ਮਰ ਗਏ। ਉਹਨਾਂ ਨੇ ਲਗਾਤਾਰ ਲਿਖ ਕੇ ਵੀ ਕਿਹਾ। ਉਹਨਾਂ ਨੇ ਕਿਹਾ ਕਿ ਮੈਂ ਕਿਹਾ ਕਿ ਜਿਹੜੇ ਸਾਡੇ ਇੱਥੇ ਦੇ ਵਿਟਨੈਸਸ ਹੈਗੇ ਆ, ਜਿਹੜੇ ਚਸ਼ਮਦੀਦ ਗਵਾਹ ਆ, ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਏ। ਹੂੰ ਹਾਂ ਕਰਦੇ ਸੀਗੇ, ਪਰ ਉਹਨਾਂ ਨੂੰ ਸਾਰੀ ਗੱਲ ਦਾ ਖੇਦ ਇਹ ਆ ਕਿ ਸਾਡੇ ਆਪਣੇ ਸਰਕਾਰੀ ਵਕੀਲਾਂ ਨੇ ਕੁਛ ਨਹੀਂ ਕੀਤਾ, ਧੇਲੇ ਦਾ ਕੰਮ ਨਹੀਂ ਕੀਤਾ। ਇੱਥੋਂ ਤੱਕ ਕਿ ਉਹ ਐਗਜ਼ਾਮਪਲ ਦੱਸਦੇ ਆ ਕਿ ਜਿਹੜਾ ਬੰਦਾ ਜਿਹਦੇ 2 ਮਿੰਟ ਲਈ ਸਾਡੇ ਨਾਲ ਗੱਲ ਕਰਨ ਲਈ ਜਿਹੜੇ ਸੁਪਰੀਮ ਕੋਰਟ ਦੇ ਵਕੀਲ ਇਹਨਾਂ ਨੇ ਹਾਇਰ ਕੀਤੇ ਹੋਏ ਸੀ, ਅਸੀਂ ਉੱਥੇ ਬਾਹਰ ਖੜੇ ਰਹਿੰਦੇ ਸੀ, ਤਾਂ ਇੱਕ ਅਪੀਅਰੈਂਸ ਦਾ, ਜਾਨੀ ਇੰਨੇ ਮਹਿੰਗੇ, ਕੀ ਸਰਕਾਰੀ ਖਜ਼ਾਨੇ ਨੂੰ ਲਟਾਉਣ ਲਈ ਕੀਤਾ ਸੀ ਜਾਂ ਬਰਗਾੜੀ ਤੇ ਕੋਟਕਪੂਰੇ ਦੇ ਕੇਸਾਂ ਦਾ ਕੋਈ ਫੈਸਲਾ ਕਰਨ ਲਈ ਜਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇਹ ਕੇਸ ਕੀਤਾ ਸੀ? ਉਹਨੇ ਤਾਂ ਸਾਫ਼ ਕਿਹਾ ਇਹ ਗੱਲ ਉੱਥੇ। ਉਹ ਕਹਿੰਦੇ ਕਿ ਇੱਕ ਅਪੀਅਰੈਂਸ ਦਾ ਇੰਨਾ ਪੈਸਾ ਲੈ ਲੈਂਦੇ ਆ ਵਕੀਲ, ਜਿਹੜੇ ਕੀਤੇ ਇੰਨੇ ਮਹਿੰਗੇ ਕੀਤੇ ਆ। ਪਤਾ ਨਹੀਂ ਉਹਨਾਂ ਦੇ ਮੂੰਹ ਚੋਂ ਕਿਹੜੇ ਸੋਨੇ ਦੇ ਸ਼ਬਦ ਨਿਕਲਦੇ ਆ ਕਿ ਜਿਹੜੇ ਇੰਨੀ ਇੱਕ ਹੀ ਅਪੀਅਰੈਂਸ ਤੇ ਲੈ ਲੈਂਦੇ। ਕਹਿੰਦੇ ਜਿੰਨੀ ਮੇਰੀ 3 ਸਾਲ ਦੀ ਤਨਖਾਹ ਇੱਕ ਅਪੀਅਰੈਂਸ ਦਾ ਇੱਕ ਵਕੀਲ ਇੰਨਾ ਲੈ ਲੈਂਦਾ। ਇੱਕ ਵਾਰੀ ਉਹ ਹੋਲੀ ਦੀ ਖਾਸ ਐਗਜ਼ਾਮਪਲ ਦਿੰਦੇ ਆ ਕਿ ਇੱਕ ਦਿਨ ਪਹਿਲਾਂ ਵੀ ਚੱਲ ਗਿਆ ਕਿ ਹੋਲੀ ਦੀ ਛੁੱਟੀ ਆ, ਵਕੀਲ ਹੋ ਗਈ ਆ, ਉੱਥੇ ਕੁਝ ਹੋਣਾ ਨਹੀਂ। ਉਹਦੇ ਬਾਵਜੂਦ ਵੀ ਜਿਨ੍ਹਾਂ ਨੇ ਵਕੀਲਾਂ ਨੇ ਆਉਣਾ ਸੀ ਉਹ ਆਏ, ਆਪਣਾ 55 ਲੱਖ ਰੁਪਈਆ ਮੁਫਤ ਦਾ ਬਿਨਾਂ ਕੁਝ ਕੰਮ ਕੀਤਿਆਂ ਜੇਬ 'ਚ ਪਾ ਕੇ ਲੈ ਗਏ। ਔਰ ਉਹ ਤਾਜ ਦੇ ਵਿੱਚ ਰਹਿਣਾ ਪਸੰਦ ਕਰਦੇ ਸੀਗੇ, ਮਾਊਂਟ ਵਿਊ ਜਾਂ ਹੋਰ ਕਿਸੇ 'ਚ ਰਹਿਣਾ ਪਸੰਦ ਨਹੀਂ ਸੀ ਕਰਦੇ। ਇਹ ਤੇ ਤੁਹਾਡੇ ਦੇਸ਼ ਦੇ ਵਕੀਲਾਂ ਦੀ ਹਾਲਤ ਆ। ਉਹਨਾਂ ਨੇ ਆਪਣਾ ਦੁੱਖੜਾ ਰੋਇਆ। ਉਹਨਾਂ ਨੇ ਪੁੱਛਿਆ, ਉਹ ਆਪਣਾ ਜਿਹੜਾ ਮੁੰਡਾ ਇੰਟਰਵਿਊ ਕਰ ਰਿਹਾ, ਕਿ ਇਹ ਦੱਸੋ ਸਾਨੂੰ ਕਿ ਅਜੇ ਜੱਜਮੈਂਟ ਵੀ ਨਹੀਂ ਆਈ, ਤੁਸੀਂ ਪਹਿਲਾਂ ਇਸਤੀਫਾ ਦੇ ਦਿੱਤਾ। ਉਹ ਕਹਿੰਦਾ ਮੇਰੇ ਤੇ ਹੱਥ ਖੜੇ ਹੋ ਗਏ, ਮੈਨੂੰ ਪਹਿਲਾਂ ਹੀ ਪਤਾ ਸੀ ਇਹ ਕੁਝ ਹੋਣਾ। ਇਸ ਲਈ ਜਿਉਂ ਹੀ ਮੈਨੂੰ ਮਾੜੀ ਜੀ ਖਬਰ ਹੀ ਆ ਗਈ ਕਿ ਇੰਜ ਉੱਥੇ ਫੈਸਲਾ ਓਰਲ, ਅਜੇ ਮੇਰੇ ਕੋਲ ਖਬਰ ਆਈ ਹੈ, ਜੱਜਮੈਂਟ ਵੀ ਨਹੀਂ ਆਈ, ਮੈਂ ਕਨਵਿੰਸ ਹਾਂ ਕਿ ਇੱਥੇ ਕੁਝ ਨਹੀਂ ਹੋਣਾ, ਨਾ ਇਹਨਾਂ ਨੇ ਕੁਝ ਕਰਨਾ, ਨਾ ਕੁਝ ਗਾਂ ਕਿਸੇ ਕਮੇਟੀ 'ਚ ਹੋਣ ਦੇਣਾ। ਇਹ ਪੈ ਗਈ, ਮਿੱਟੀ 'ਚ ਪੈ ਗਈ, ਮਿੱਟੀ 'ਚ ਰੁਲ ਗਿਆ ਸਾਰਾ ਕੁਝ। ਇੱਥੇ ਲੋਕ ਹੁਣ ਸੋਚ ਲੈਣ ਕਿ ਉਹਨਾਂ ਨੇ ਗਾਂ ਕੀ ਕਰਨਾ, ਕੀ ਨਹੀਂ ਕਰਨਾ। ਪਰ ਜੋ ਸਰਕਾਰ ਵੱਲੋਂ ਉਮੀਦ ਸੀ ਉਹ ਤੇ ਗਈ ਬਿਲਕੁਲ ਚਕਨਾਚੂਰ ਹੋ। ਇੱਕ ਨਿੱਕੀ ਗੱਲ ਮੈਂ ਜ਼ਰੂਰ ਇੱਥੇ ਕਹੂੰਗਾ, ਜਿਹੜੀ ਉਹਨਾਂ ਨੇ ਫੂਲਕਾ ਸਾਹਿਬ ਬਾਰੇ ਕਹੀ। ਫੂਲਕਾ ਸਾਹਿਬ ਬਾਰੇ ਇਸ ਲਈ ਇੰਪੋਰਟੈਂਟ ਆ, ਕਿਸ ਵੇਲੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਬਣੇ, ਬੜੇ ਸਿਆਣੇ, ਉੱਗੇ ਸੁਘੜ ਸਿਆਣੇ ਵਕੀਲ, ਸਿੱਖ ਮਾਮਲਿਆਂ ਦੇ ਗੁਰਜ ਉਹਨਾਂ ਕੋਲ ਹਮੇਸ਼ਾ ਰਿਹਾ ਆ, ਔਰ ਉਹ ਕਰਦੇ ਵੀ ਹੈ। ਇਸ ਕੇਸ ਦੇ ਵਿੱਚ ਕਹਿੰਦਾ ਕੁੰਵਰ ਵਿਜੇ ਪ੍ਰਤਾਪ, ਮੈਂ ਪੱਤਾ ਕੱਲੀ ਪਰਚੀ, ਕਾਗਜ਼, ਕਾਨੂੰਨ ਸਾਰਾ ਉਹਨਾਂ ਕੋਲ ਲੈ ਕੇ ਜਾਂਦਾ ਰਿਹਾ, ਤੇ ਮੈਂ ਬੇਨਤੀ ਕੀਤੀ ਕਿ ਆ ਜੇ ਕੇਸ ਇੱਥੇ ਹਾਰ ਗਿਆ, ਜਿਹੜਾ ਹੁਣ ਹਾਰ ਗਿਆ, ਤਾਂ
ਸਾਡੀ ਬੜੀ ਕੱਚੀ ਹੋਊਗੀ, ਮੇਰੀ ਸਾਰੀ ਮਿਹਨਤ ਤੇ ਇਹ ਜ਼ਿੰਦਗੀ ਦਾ ਬਹੁਤ ਹੀ ਅਹਿਮ ਮੇਰੀ ਇਨਕੁਆਇਰੀ ਹੈਗੀ ਆ, ਇਹ ਜਿਹੜਾ ਇੱਥੇ ਇਹਦੇ ਤੇ ਪਾਣੀ ਫਿਰ ਜੂਗਾ, ਤੁਸੀਂ ਪਲੀਜ਼ ਆ ਕੇ ਇੱਥੇ ਪਲੀਡ ਕਰੋ। ਫਿਰ ਕਿ ਉਹਨਾਂ ਨੇ ਕੋਈ ਉਦੋਂ ਮਤਲਬ ਬਹੁਤਾ ਧਿਆਨ ਨਹੀਂ ਦਿੱਤਾ। ਫਿਰ ਕਹਿੰਦੇ ਮੈਂ ਇੱਕ ਅਖਬਾਰ 'ਚ ਪੜ੍ਹਿਆ ਕਿ ਇਹ ਕਹਿੰਦੇ ਆ ਕਿ ਮੈਂ ਇਸ ਕੰਮ ਦੀ ਮੁਫਤ ਬਿਨਾਂ ਕੋਈ ਪੈਸਾ ਲਿਆ ਇਸ ਦੇ ਵਿੱਚ ਮਦਦ ਕਰਨੀ ਚਾਹੁੰਦਾ। ਇਹਨਾਂ ਦੀਆਂ ਵਡਾਛਾਂ ਖਿੜਕੀਆਂ ਕੁੰਵਰ ਵਿਜੇ ਪ੍ਰਤਾਪ ਦੀਆਂ, ਲਓ ਜੀ ਇਹ ਤੇ ਬਹੁਤ ਤਗੜੀ ਹੈ। ਉਸੇ ਕਲਿੱਪਿੰਗ ਲੈ ਕੇ ਉਹਨਾਂ ਕੋਲ ਗਏ, ਉਹਨਾਂ ਦਾ ਜਵਾਬ ਸੀ ਕਿ ਮੈਂ ਸੁਪਰੀਮ ਕੋਰਟ ਦਾ ਵਕੀਲ ਆ, ਮੈਂ ਥੱਲੇ ਵਾਲੀ ਕੋਰਟ 'ਚ ਜਾ ਕੇ ਵਕਾਲਤ ਨਹੀਂ ਕਰਦਾ। ਜਦਕਿ ਸਰਕਾਰੀ ਜਿਹੜੇ ਬਾਕੀ ਹਾਇਰ ਕੀਤੇ ਹੋਏ ਵਕੀਲ ਸੀ ਉਹ ਵੀ ਸੁਪਰੀਮ ਕੋਰਟ ਤੋਂ ਆ ਰਹੇ ਸੀ, ਉਹ ਜਾ ਕੇ ਲੋਅਰ ਕੋਰਟ ਦੇ ਵਿੱਚ ਕਰ ਰਹੇ ਸੀ ਆ ਕੇ। ਤੇ ਇਸ ਕਿਸਮ ਦਾ ਦੋ ਟੁਕ ਜਵਾਬ ਫੂਲਕਾ ਸਾਹਿਬ ਵੱਲੋਂ ਦੇਣਾ, ਉਹ ਇੰਨਾ ਨਿਰਾਸ਼ ਹੋਇਆ ਕੁੰਵਰ ਵਿਜੇ ਪ੍ਰਤਾਪ। ਉਹ ਕਹਿੰਦਾ ਕਿ ਜੇ ਮੇਰੇ ਰੈਜ਼ਿਗਨੇਸ਼ਨ ਦਾ ਕਾਰਨ ਤੇ ਇਸ ਸਿੱਟ ਚੋਂ ਬਾਹਰ ਆਉਣ ਦਾ ਜੇ ਕੋਈ ਕਾਰਨ ਆ ਮੁੱਖ, ਤੇ ਉਹ ਸਾਡੇ ਫੂਲਕਾ ਸਾਹਿਬ ਆ, HS ਫੂਲਕਾ, ਜੋ ਕਿ ਹਮੇਸ਼ਾ ਸਿੱਖੀ ਦੇ ਨਾਲ ਰਹੇ ਆ, ਔਰ ਜਦ ਸਿੱਖੀ ਦੇ ਇੰਨੀ ਭਾਰੀ ਬਣੀ ਤੇ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ। ਆਪਣੇ ਈਗੋ ਦੀ ਹਉਮੈ ਦੀ ਆੜ ਵਿੱਚ ਉਹਨਾਂ ਨੇ ਕੇਸ ਨੂੰ ਸਾਰਾ ਹਰਾ ਦਿੱਤਾ। ਇਹ ਉਹਨਾਂ ਦੀ ਅਫਸੋਸ ਵਾਲੀ ਗੱਲ ਰਹੀ। ਗੱਲ ਜਿਹੜੀ ਨਵਜੋਤ ਕੌਰ ਸਿੱਧੂ ਦੀ, ਉਹ ਮੈਂ ਬਹੁਤ ਸੁਣਿਆ ਨਹੀਂ, ਥੋੜਾ ਬਹੁਤ ਉੜਦੀਆਂ ਗੱਲਾਂ ਹੀ ਆ। ਉਹ ਤੇ ਸਾਰੇ ਹੀ ਕਹਿ ਰਹੇ ਆ, ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਕਿ ਅਤਲ ਨੰਦਾ ਦਾ ਲੈ ਲਓ ਅਸਤੀਫਾ, ਕੋਈ ਕਹਿ ਰਿਹਾ ਕਿ ਚੀਫ ਮਿਨਿਸਟਰ ਦਾ ਵੀ ਤੇ ਅਤਲ ਨੰਦਾ ਦਾ ਵੀ ਤੇ DGP ਦਾ ਵੀ ਲੈ ਲਓ। ਉਹ ਹੋਰ ਵੀ ਜਿਹੜੇ ਲੁਧਿਆਣੇ ਵਾਲੇ MP ਆ ਬਿੱਟੂ, ਉਹ ਵੀ ਕਹਿ ਰਹੇ ਆ। ਇਸੇ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਵੀ ਕਹਿ ਰਿਹਾ ਕਿ ਇਹ ਤੇ ਬਹੁਤ, ਮਤਲਬ ਹੁਣ ਉਹ ਸਾਰੇ ਇਸ ਗੱਲ ਤੇ ਇੱਕ ਖਾਸ ਲੌਬੀ, ਈਵਨ ਜਾਖੜ ਨੇ ਵੀ ਕਹਿਤਾ, ਇਹ ਸਾਰੇ ਮਿਲ ਕੇ ਲੱਗੇ ਹੋਏ ਆ। ਕਿਉਂਕਿ ਉਹਨਾਂ ਨੂੰ ਇੱਕ ਗੱਲ ਦੀ ਸਮਝ ਪੈ ਗਈ, ਪੰਜਾਬ ਦੇ ਕਾਂਗਰਸੀਆਂ ਨੂੰ ਸਾਰਿਆਂ ਨੂੰ, ਕਿ ਸਾਡੀ ਮਿੱਟੀ ਹੋ ਗਈ ਹੁਣ। ਜਾਣੀ ਇਹਦੇ ਚੋਂ ਹੁਣ ਇਹਨਾਂ ਚੋਣਾਂ ਦੇ ਵਿੱਚ ਤੇ ਦੁਬਾਰਾ ਸਿਰ ਚੁੱਕ ਪਾਉਣਾ ਉਹ ਬਹੁਤ ਮੁਸ਼ਕਲ ਹੋਊਗਾ, ਤੇ ਲੋਕਾਂ ਨੇ ਪਿੰਡਾਂ 'ਚ ਵੜਨ ਨਹੀਂ ਦੇਣਾ। ਬਿਲਕੁਲ। ਇਸ ਕਰਕੇ ਇਹ ਗੱਲ ਦੀ ਸਮਝ ਜਿਹੜੀ ਆ ਜਾਖੜ ਨੂੰ ਵੀ ਪੈ ਗਈ ਆ, ਤੇ ਬਿੱਟੂ ਨੂੰ ਵੀ, ਰਵਨੀਤ ਬਿੱਟੂ ਹੁਣਾਂ ਨੂੰ ਵੀ ਪੈ ਗਈ ਆ, ਸਾਰਿਆਂ ਨੂੰ ਪੈ ਗਈ। ਹੁਣ ਤੇ ਜਿੰਨੀਆਂ ਵੀ ਗੱਲਾਂ ਕਰਨੀਆਂ ਕਰ ਲੈਣ, ਜਿਹਨੂੰ ਵੀ ਮਰਜ਼ੀ ਕਹਿਣਾ, ਰੈਜ਼ਿਗਨੇਸ਼ਨ ਮੰਗ ਲੈਣ, ਫਿਰ ਕੀ ਹੋ ਜਾਊਗਾ। ਤੁਸੀਂ ਇੱਕ ਜਿਸ ਤਰੀਕੇ ਨਾਲ ਜਿਹੜਾ ਵੀ ਇੰਟਰਵਿਊ ਕੁੰਵਰ ਵਿਜੇ ਪ੍ਰਤਾਪ ਦੀ ਸੁਣੂਗਾ, ਉੱਥੋਂ ਇਹ ਸਾਫ਼-ਸਾਫ਼ ਨਜ਼ਰ ਹੋ ਜਾਊਗਾ ਕਿ ਇਹ ਗੱਲ ਨੂੰ ਕਿਸੇ ਸਿਰੇ ਚੜ੍ਹਨ ਹੀ ਨਹੀਂ ਸੀ ਦੇਣਾ ਚਾਹੁੰਦੇ। ਇਹਨਾਂ ਦੇ ਵਕੀਲ ਇਸ ਕੇਸ ਨੂੰ ਜਿੱਤਣ ਦੀ ਜਗ੍ਹਾ ਹਰ ਕੋਸ਼ਿਸ਼ ਕਰਦੇ ਸੀ ਕਿ ਰੱਬੋਂ ਹੀ ਹਾਰ ਜਾਏ ਕਿਸੇ ਤਰੀਕੇ ਨਾਲ। ਮੇਰਾ ਖਿਆਲ ਉਸ ਗੱਲ ਦੀ ਖੁਸ਼ੀ ਮਨਾਉਂਦੇ। ਲਾਸਟ ਗੱਲ ਉਹਨਾਂ ਨੇ ਕਹੀ, ਕਹਿੰਦਾ ਮੈਨੂੰ ਮੈਸੇਜ ਸਰਕਾਰੀ ਵਕੀਲ ਵੱਲੋਂ ਆਇਆ ਕਿ ਲਓ ਜੀ ਕੰਮ ਹੋ ਗਿਆ ਜੇ, ਜਿਵੇਂ ਕਿ ਤੇ ਬਹੁਤ ਖੁਸ਼ੀ ਦਾ ਕੰਮ ਹੋਵੇ। ਤੇ ਇਸ ਲਈ ਉਹ ਤੇ ਬਹੁਤ ਹੀ ਇਸ ਗੱਲੋਂ ਦੁਖੀ ਸੀ। ਹਾਂ, ਇੱਕ ਗੱਲ ਜਿਹੜੀ ਸੁਖਵਿੰਦਰ ਜੀ, ਪਤਾ ਨਹੀਂ ਤੁਸੀਂ ਵੀ ਧਿਆਨ ਦਿੱਤਾ ਹੋਣਾ ਆ, ਜਿਹੜੀ ਲੋਕ ਜਾਂ ਅਕਾਲੀ ਦਲ ਜਾਂ ਹੋਰ ਵੀ ਇਹ ਕਹਿ ਰਹੇ ਆ ਕਿ ਉਹਨਾਂ ਨੇ ਸਾਰੇ ਦਾ ਸਾਰਾ ਰਾਜਨੀਤੀ 'ਚ ਆਉਣ ਲਈ ਕੀਤਾ, ਉਹ ਹੁਣ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਆ। ਉਹ ਹੁਣ ਕਈ ਤੇ ਇਹ ਵੀ ਕਹਿੰਦੇ ਕਿ ਅੰਮ੍ਰਿਤਸਰ ਤੋਂ ਉਹਨਾਂ ਦੀ ਤਿਆਰੀ ਹੋ ਗਈ ਆ, ਡੰਡ ਬੈਠਕਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਮਾਰ ਰਹੇ ਆ ਚੋਣਾਂ ਲਈ। ਮੇਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਸਲਾਹ ਵੀ ਹੋਊਗੀ ਕਿ ਰੱਬ ਦਾ ਵਾਸਤਾ ਹੈ ਇਸ ਪਾਸੇ ਨਾ ਪੈ ਜਾਏ। ਜੇ ਉਹ ਕੇਸ ਦੀ ਤੇ ਮਿੱਟੀ ਹੋਈ, ਇਹਦੀ ਵੀ ਇਹੋ ਜਿਹੀ ਮਿੱਟੀ ਹੋ ਜੂਗੀ ਕਿ ਮੁੜ ਕੇ ਲੋਕੀ ਥੂ ਕਰਨਗੇ। ਮੈਂ ਤੈਨੂੰ ਬੜੇ ਸਾਫ਼ ਸ਼ਬਦਾਂ 'ਚ ਕਹਿਣਾ, ਕਿਉਂਕਿ ਫਿਰ ਤੇ ਉਹੀ ਗੱਲ ਜਿਹੜੇ ਸਾਰੇ ਕਹਿ ਰਹੇ ਉਹ ਹੋ ਜੂਗੀ। ਪਰ ਹਾਲ ਦੀ ਘੜੀ ਚੰਗੀ ਗੱਲ ਇਹ ਆ ਕਿ ਉਹਨੇ ਆਪਣੇ ਆਪ ਨੂੰ ਇਹ ਕਿਹਾ ਕਿ ਮੈਂ ਕਾਨੂੰਨ ਦਾ ਬਹੁਤ ਮਾਹਿਰ ਹਾਂ, ਔਰ ਜਿਹੜੀ ਵੀ ਧਾਰਾਵਾਂ, ਕ੍ਰਿਮੀਨਲ ਧਾਰਾਵਾਂ ਜਾਂ ਹੋਰ ਕਾਨੂੰਨ ਦਾ, ਮੈਂ ਸੰਵਿਧਾਨ ਦਾ ਕੱਲਾ ਮੈਨੂੰ ਹਰ ਧਾਰਾ ਦਾ ਇਹ ਸਾਰੀ ਮਹਾਰਤ ਹੈਗੀ ਹੈ। ਤੇ ਇਸ ਲਈ ਮੈਂ ਤੇ ਵਕੀਲ ਬਣਾਂਗਾ, ਔਰ ਖਾਸ ਕਰ ਗਰੀਬਾਂ ਦਾ ਹੱਥ ਫੜਨ ਲਈ ਜਿਹੜਾ ਮੈਂ ਵਕਾਲਤ ਦਾ ਕੰਮ ਕਰੂੰਗਾ। ਮੇਰਾ ਖਿਆਲ ਇਹ ਉਹਨਾਂ ਦਾ ਚੰਗਾ ਫੈਸਲਾ। ਹਾਂਜੀ ਸੁਖਵਿੰਦਰ। ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ ਸਾਨੂੰ ਸਮਾਂ ਦੇਣ। ਮੇਰੇ ਵੱਲੋਂ ਵੀ ਤੁਹਾਡਾ ਸੁਖਵਿੰਦਰ ਸ਼ੁਕਰੀਆ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਇੰਟਰਵਿਊ ਤੁਸੀਂ ਵੀ ਸੁਣੀ ਹੋਣੀ, ਮੈਂ ਵੀ ਸੁਣੀ ਹੈ, ਉਹਦੇ ਵਿੱਚੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਕੁੰਵਰ ਸਾਹਿਬ ਨੇ ਬੇਅਦਬੀ ਮਸਲਿਆਂ ਦੇ ਨਾਲ ਇਨਸਾਫ ਕੀਤਾ ਆ। ਹਾਲਾਂਕਿ ਅਦਾਲਤਾਂ ਦੇ ਵਿੱਚ ਹਲੇ ਇਨਸਾਫ ਨਹੀਂ ਹੋਇਆ, ਪਰ ਇਸ ਸਮੇਂ ਦੇ ਦੌਰਾਨ ਉਹਨਾਂ ਨੂੰ ਬੜੇ ਸਿੱਖ, ਇਹੋ ਜਿਹੇ ਚਿੰਤਕ, ਇਹੋ ਜਿਹੇ ਬੁੱਧੀਜੀਵੀ, ਇਹੋ ਜਿਹੀਆਂ ਸਿੱਖ ਸ਼ਖਸੀਅਤਾਂ ਮਿਲੀਆਂ ਹੋਣੀਆਂ, ਜਿਨ੍ਹਾਂ ਤੋਂ ਉਹਨਾਂ ਦਾ ਵੀ ਵਿਸ਼ਵਾਸ ਉੱਠ ਗਿਆ ਹੋਣਾ ਕਿ ਇਹ ਲੋਕ ਸਿੱਖੀ ਭੇਸ ਦੇ ਵਿੱਚ ਲੂੰਬੜ ਛੁਪੇ ਹੋਏ ਨੇ, ਜਿਨ੍ਹਾਂ ਨੇ ਹੁਣ ਤੱਕ ਸਿਰਫ ਸਿੱਖੀ ਦੇ ਨਾਮ ਦੇ ਉੱਤੇ ਜਿਹੜਾ ਉਹ ਨਾਮਣਾ ਹੀ ਖੱਟਿਆ ਕਿ ਲੋਕਾਂ ਦੇ ਵਿੱਚ ਇਹੋ ਜਿਹੀ ਪਛਾਣ ਬਣਾਈ ਹੈ ਕਿ ਅਸੀਂ ਜੀ ਬੜੇ ਵੱਡੇ ਸਿੱਖ ਹਾਂ, ਪਰ ਅੰਦਰ ਕੀ ਚੱਲਦਾ ਉਹ ਸਭ ਨੂੰ ਜਿਹੜਾ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਨੰਗਾ ਕੀਤਾ। ਉਹ ਕਹਿੰਦੇ ਨੇ ਕਿ ਅਗਲੇ ਟਾਈਮ ਦੇ ਵਿੱਚ ਵੀ ਹੋਰ ਵੀ ਖੁਲਾਸੇ ਸਾਹਮਣੇ ਆਉਣਗੇ।
ਕੀ ਹੋਣਗੇ ਉਹਦੇ ਉੱਤੇ ਨਜ਼ਰ ਰਹੇਗੀ। ਮੈਨੂੰ ਇਜਾਜ਼ਤ ਦਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।